प्यारे ਸਰੋਤਿਓ, ਭੈਣੋ ਤੇ ਭਰਾਓ, ਅੱਜ ਮੈਂ ਤੁਹਾਡੇ ਸਾਹਮਣੇ ਇਸ ਦੇਸ਼ ਦੀ ਜੋ ਮੌਜੂਦਾ ਸਥਿਤੀ ਹੈ ਉਹਦੇ ਕੁਝ ਕਾਰਨਾਂ ਬਾਰੇ ਤੇ ਉਹਨਾਂ ਦੇ ਹੱਲ ਬਾਰੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ। ਮੈਂ ਆਸ ਕਰਦਾ ਬਈ ਇਸ ਵਿਚਾਰਾਂ ਤੋਂ ਬਾਅਦ ਤੁਸੀਂ ਇਹਦੇ ਬਾਰੇ ਆਪਣੀਆਂ ਟਿੱਪਣੀਆਂ ਜ਼ਰੂਰ ਕਰੋਗੇ। ਜੇ ਉਹ ਟਿੱਪਣੀਆਂ ਮੈਨੂੰ ਹੋਰ ਸੁਧਾਰ ਕਰਨ ਵਿੱਚ ਸਾਡੀ ਮਦਦ ਕਰਨਗੀਆਂ ਅਸੀਂ ਸਵਾਗਤ ਕਰਾਂਗੇ। ਜੇ ਉਹ ਟਿੱਪਣੀਆਂ ਤੁਸੀਂ ਠੀਕ ਹੋਣ ਦੀਆਂ ਕਰਦੇ ਹੋ, ਪ੍ਰਵਾਨ ਕਰਦੇ ਹੋ ਸਾਡੇ ਇਸ ਭਾਵਨਾਵਾਂ ਨੂੰ, ਤੇ ਮੈਂ ਸਮਝਾਂਗਾ ਅਸੀਂ ਇਸ ਰਸਤੇ 'ਤੇ ਅੱਗੇ ਵਧਾਂਗੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੋੜ ਇਸ ਗੱਲ ਦੀ ਸੀ ਕਿ ਅਸੀਂ ਜਿਵੇਂ ਆਜ਼ਾਦੀ ਦੇ ਪਰਵਾਨਿਆਂ ਨੇ ਆਜ਼ਾਦੀ ਤੇ ਸਾਂਝੀਵਾਲਤਾ ਦਾ ਨਾਅਰਾ ਬੁਲੰਦ ਕੀਤਾ ਸੀ, ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਬਰਾਬਰਤਾ ਆਏਗੀ, ਗਰੀਬੀ ਅਮੀਰੀ ਦਾ ਪਾੜਾ ਨਹੀਂ ਰਹੇਗਾ। ਅਸੀਂ 47 ਤੋਂ ਬਾਅਦ ਉਹ ਰਾਹ ਨਹੀਂ ਫੜਿਆ। ਜਿਹੜੇ ਤਿੰਨ ਲੋਕਾਂ ਨੇ ਸਾਡੇ ਦੇਸ਼ ਨੂੰ ਕੰਗਾਲ ਕੀਤਾ ਗੁਲਾਮੀ 'ਚ, ਸਾਮਰਾਜ ਨੇ, ਸਾਮਰਾਜ ਦੇ ਏਜੰਟ ਇੱਥੇ ਜਿਹੜੇ ਬੈਠੇ ਸਨ ਰਜਵਾੜਿਆਂ ਨੇ, ਔਰ ਦੇਸ਼ ਦੇ ਵੱਡੇ ਜਗੀਰਦਾਰਾਂ ਨੇ, ਉਹਨਾਂ ਸਾਰਿਆਂ ਨੇ ਰਾਜ ਸੱਤਾ 'ਤੇ ਕਬਜ਼ਾ ਕਰ ਲਿਆ ਔਰ ਦੇਸ਼ ਦੇ ਵੱਡੇ ਪੂੰਜੀਪਤੀ ਨਾਲ ਰਲ ਗਏ ਉਹਨਾਂ ਦੇ। ਤਾਂ ਜਿਹੜਾ ਖਦਸ਼ਾ ਭਗਤ ਸਿੰਘ ਜ਼ਾਹਰ ਕਰਦਾ ਸੀ ਬਈ ਜੇ ਗੋਰਿਆਂ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਉਸੇ ਤਰ੍ਹਾਂ ਦੇ ਹਾਕਮ ਕਾਲੇ ਵੀ ਆ ਜਾਣ ਤਾਂ ਸਾਡੇ ਮੰਤਵ ਸਾਡਾ ਪੂਰਾ ਨਹੀਂ ਹੋਏਗਾ, ਅਤੇ ਬਦਕਿਸਮਤੀ ਨਾਲ ਉਹੀ ਵਾਪਰਿਆ। 47 ਤੋਂ ਬਾਅਦ ਜਿਹੜਾ ਅਸੀਂ 29 ਦਾ ਰਾਹ ਚੁਣਿਆ ਅੱਜ ਤੱਕ 2021 ਤੱਕ, ਇਹਨੂੰ ਅਸੀਂ ਪੂੰਜੀਵਾਦੀ ਵਿਕਾਸ ਦਾ ਰਾਹ ਕਹਿੰਦੇ ਹਾਂ। ਇਹਨੂੰ ਸੋਸ਼ਲਿਜ਼ਮ ਦਾ ਮਲੰਮਾ ਚੜਾਉਣ ਦਾ ਯਤਨ ਵੀ ਕੀਤਾ ਬੜੀ ਵਾਰੀ, ਗਰੀਬੀ ਹਟਾਓ ਦਾ ਨਾਅਰਾ, ਨਹਿਰੂ ਇਕੋਨਮੀ, ਉਸ ਤੋਂ ਬਾਅਦ ਮਨਮੋਹਨ ਸਿੰਘ ਨੇ ਇੱਕ ਨਵਾਂ ਸ਼ੋਸ਼ਾ ਛੱਡ ਦਿੱਤਾ, ਉਦਾਰੀਕਰਨ, ਸੰਸਾਰੀਕਰਨ, ਨਿੱਜੀਕਰਨ ਦਾ, ਅਤੇ ਮੋਦੀ ਜੀ ਨੇ ਤਾਂ ਕਮਾਲਾਂ ਹੀ ਕਰ ਦਿੱਤੀਆਂ ਬਈ ਮੈਂ ਤਾਂ ਜੋ ਕਰ ਰਿਹਾ ਉਹ ਕਿਸੇ ਨੇ ਪਹਿਲਾਂ ਸੋਚਿਆ ਨਹੀਂ ਹੋਣਾ ਜੋ ਮੈਂ ਕਰ ਰਿਹਾ। ਲੇਕਿਨ ਜੇ ਅਸੀਂ ਪੂਰਾ ਨਿਰਣਾ ਕਰਾਂਗੇ ਤਾਂ ਇਹ ਸਾਰਾ ਰਾਜ ਭਾਗ ਚਾਹੇ ਕਿਸੇ ਪਾਰਟੀ ਦਾ ਰਿਹਾ, ਚਾਹੇ ਉਹਦਾ ਕੋਈ ਆਗੂ ਰਿਹਾ, ਜਿਹੜਾ ਵਿਕਾਸ ਦਾ ਮਾਡਲ ਆ ਉਹ ਪੂੰਜੀਵਾਦੀਆਂ ਦਾ ਰਿਹਾ, ਜਿਹਦੇ ਵਿੱਚ ਵਿਦੇਸ਼ੀ ਸਾਮਰਾਜੀਆਂ ਦੇ, ਜਗੀਰਦਾਰਾਂ ਦੇ ਔਰ ਭਾਰਤ ਦੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਦੇਖਿਆ ਗਿਆ, ਆਮ ਲੋਕਾਂ ਦੇ ਹਿੱਤਾਂ ਦੀ ਅਣਦੇਖੀ ਕੀਤੀ ਗਈ। ਨਹੀਂ ਤਾਂ ਇਸ ਦੇਸ਼ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਸੀ ਹੈ। ਬਹੁਤ ਸਾਰੇ ਦੁਨੀਆ ਦੇ ਦੇਸ਼ ਆ ਜਿੱਥੇ ਮੌਸਮਾਂ ਦੇ ਵਿੱਚ ਕੋਈ ਵੰਨ-ਸੁਵੰਨਤਾ ਨਹੀਂ ਹੈ, ਸਾਡੇ ਕੋਲ ਮੌਸਮਾਂ ਦੀ ਵੰਨ-ਸੁਵੰਨਤਾ ਆ, ਸਾਡੀ ਧਰਤੀ ਬੜੀ ਉਪਜਾਊ ਆ, ਸਾਡੇ ਕੋਲ ਵੱਖ-ਵੱਖ ਕਿਸਮ ਦੇ ਵਾਤਾਵਰਣ ਆ, ਭਾਰਤ ਵਿੱਚ ਪਾਣੀ ਦੀ ਵੀ ਕੋਈ ਕਮੀ ਨਹੀਂ ਹੈ। ਤਾਂ ਸਾਰਾ ਕੁਝ ਹੋਣ ਦੇ ਸਾਡੇ ਕੁਦਰਤੀ ਖਜ਼ਾਨੇ ਸਾਡੇ ਕੋਲ ਬਹੁਤ ਆ, ਮਾਨਵੀ ਸਰੋਤਾਂ ਦੀ ਕਮੀ ਨਹੀਂ। ਇਹ ਸਾਰਾ ਕੁਝ ਸਾਨੂੰ ਇਸ ਗੱਲ ਦਾ ਕਾਬਲ ਬਣਾਉਂਦਾ ਸੀ ਵੀ ਅਸੀਂ ਇਸ ਦੇਸ਼ ਵਿੱਚ ਪੂੰਜੀਵਾਦ ਦੀ ਜਗ੍ਹਾ ਸਾਂਝੀਵਾਲਤਾ ਦਾ ਰਾਹ ਚੁਣਦੇ, ਲੇਕਿਨ ਉਹ ਨਹੀਂ ਚੁਣਿਆ ਗਿਆ। ਉਹਦਾ ਸਿੱਟਾ ਜੇ ਨਿਕਲਿਆ ਵੀ ਦੇਸ਼ ਭੁੱਖਮਰੀ ਦੇ ਕਗਾਰ 'ਤੇ ਆ। ਇਸ ਵੇਲੇ ਜੋ ਬੇਰੁਜ਼ਗਾਰੀ ਦੀ, ਜੋ ਮਹਿੰਗਾਈ ਦੀ ਸਥਿਤੀ ਆ ਉਹ ਇੰਨੀ ਭਿਅੰਕਰ ਆ ਵੀ ਉਹ ਦੱਸਣ ਵਾਲੀ ਯੋਗ ਨਹੀਂ ਹੈ। ਕਰੋਨਾ ਮਹਾਂਮਾਰੀ ਨੇ ਤਾਂ ਸਿੱਧ ਕਰ ਦਿੱਤਾ ਵੀ ਜੋ ਸਾਡੇ ਹੁਕਮਰਾਨ ਨੇ ਬੜੇ ਬੜੇ ਦਾਅਵੇ ਕਰਦੇ ਆ ਬਹੁਤ ਹੀ ਝੂਠੇ ਅਤੇ ਬਕਵਾਸ ਆ। ਜਿੱਥੇ ਮਰਨ ਵਾਲੇ ਦੀ ਗਿਣਤੀ ਵੀ ਪੂਰੀ ਨਾ ਦੱਸੀ ਜਾਵੇ ਵੀ ਮਰਨ ਵਾਲਿਆਂ ਦੀ ਗਿਣਤੀ 4 ਲੱਖ ਦੇ ਨੇੜੇ ਆ, ਦੁਨੀਆ ਭਰ ਦਾ ਮੀਡੀਆ ਕਹਿ ਰਿਹਾ ਹੈ 11 ਲੱਖ ਤੋਂ ਉੱਤੇ ਆ। ਜੇ ਬਾਹਰਲਾ ਮੀਡੀਆ ਸਿਫਤਾਂ ਕਰ ਦੇਵੇ ਮੋਦੀ ਦੀਆਂ ਫਿਰ ਉਹ ਮੀਡੀਆ ਬਹੁਤ ਹੀ ਮਹਾਨ ਆ। ਜੇ ਮੀਡੀਆ ਕੋਈ ਸਾਡੇ ਦੇਸ਼ ਦੀ ਹਾਲਤ ਬਾਰੇ ਜ਼ਿਕਰ ਕਰ ਦੇਵੇ ਫਿਰ ਕਹਿੰਦੇ ਉਹ ਮੀਡੀਆ ਝੂਠ ਮਾਰਦਾ ਆ। ਲੇਕਿਨ ਇਹ ਸੱਚਾਈ ਆ ਵੀ ਜਿੰਨੀ ਗਿਣਤੀ ਸਰਕਾਰ ਵੱਲੋਂ ਦੱਸੀ ਜਾ ਰਹੀ ਆ ਮਰਨ ਵਾਲਿਆਂ ਦੇ ਘੱਟੋ ਘੱਟ ਉਹ ਨਹੀਂ ਹੈ। ਲੇਕਿਨ ਜੇ ਇਸ ਦੇਸ਼ ਵਿੱਚ ਸਿਹਤ ਸੇਵਾਵਾਂ ਦਾ ਚੰਗਾ ਪ੍ਰਬੰਧ ਹੁੰਦਾ, ਸਰਕਾਰੀ ਖੇਤਰ 'ਚ ਹੁੰਦਾ, ਤਾਂ ਲਾਜ਼ਮੀ ਤੌਰ 'ਤੇ ਇਹ ਗਿਣਤੀ 4 ਲੱਖ ਤੋਂ ਘੱਟ ਸਕਦੀ ਸੀ। 12 ਲੱਖ ਦਾ ਦੂਰ ਦੀ ਗੱਲ ਹੈ, 4 ਲੱਖ ਤੋਂ ਵੀ ਥੱਲੇ ਆ ਸਕਦੀ ਸੀ। ਜੇ ਇੱਥੇ ਵਿੱਦਿਆ ਦਾ ਜੋ ਜਿੰਨਾ ਕੁ ਪਸਾਰਾ ਕੀਤਾ ਜਾ ਸਕਦਾ ਸੀ ਉਹਨਾਂ ਨਹੀਂ ਕੀਤਾ ਗਿਆ। ਸਾਡੇ ਕੋਲ ਸਾਧਨ ਸਨ, ਅੱਜ ਲੋਕ ਅਨਪੜ੍ਹਤਾ ਵਿੱਚ ਆ, ਬੇਕਾਰੀ ਵਿੱਚ ਆ, ਖੇਤੀਬਾੜੀ ਸੰਕਟ 'ਚ ਆ। ਮੈਂ ਸਿਰਫ ਇਹ ਕਹਿ ਰਿਹਾ ਵੀ ਜੋ ਸਾਡਾ ਇਹ ਸਾਰਾ ਵਿਕਾਸ ਹੋਇਆ ਉਹ ਪੂੰਜੀਵਾਦ ਦਾ ਹੋਇਆ। ਹਾਂ, ਇਹਦੇ ਵਿੱਚ ਪਬਲਿਕ ਸੈਕਟਰ ਬਣਿਆ ਇੱਕ,
उस पब्लिक सैक्टर ने सानू साम्राज के खिलाफ लड़न का मौका भी दिता, थोड़ा जिहा उहदा प्रैशर झल्लण का मौका दिता, लेकिन ये सोशलिज्म नहीं सी, बराबरता नहीं सी, ये सरकारी पूंजीवाद सी। ਇਹਦਾ किरदार ਉਹੀ ਸੀ जो निजी पूंजीवाद का ਹੁੰਦਾ ਆ, और फिर वो अल्टीमेटली सिद्ध भी हो गया। तो इसलिए अज जिस अवस्था 'ਚ ਅਸੀਂ पहुंचे हाँ, इस विकास मॉडल की कृपा साडे ते हुई आ। लेकिन एक होर मसला वड्डा बई अज जिन्ना देश में साम्राज का दखल वध गया, वो हाले साडा अनुभव नहीं लोगों का हो रहा पूरा। ये ठीक है, लोग पहले नालों बहुत चेतन हो रहे हैं। अंग्रेज़ सानू दिसदा सी बाहर भी अंग्रेज़ आके राज कर रहे हैं, लेकिन अज जिन्ना साम्राज ने साडे अर्थचारे विच, साडे राजनीति विच, साडे सभ्याचार विच और इत्थों तई साडी ब्यूरोक्रेसी विच बहुत वड्डा हिस्सा साम्राज दीआं एजेंसियां दा, साम्राज दा हत्थ आ। असीं उहदे तो बिना एक कदम चक्कण वाले नहीं, और वो इन्ना मुश्किल बनाता साडा सारा प्रबंध। उहने हर चीज़ का उन्होंने ज्ञान आ भी भारत की कर रहा, भारत दीआं किहड़ियां लोड़ां, किहड़ी कमज़ोरी आ, और वो जदों जी करदा उस कमज़ोरी नूं वरत के अपने हितां की राखी करदा। उन्होंने साडे हितां नाल कोई चिंता नहीं है, ना वो चिंता के बारे सानूं सोचना चाहिए। तो मेरा अर्थ है भी जदों खेतीबाड़ी चों तां बहुत कुछ बैठिया, बीज किहड़े होणगे जिहड़े साम्राजी कंपनियां चाहणगियां, साडे पशुओं की नस्ल किहड़ी होगी जिहड़े साम्राजी कंपनियां चाहुंदियां, साडा अर्थचारे विच डेफिसिट कितना होएगा, सबसिडी कितनी होएगी, इहदा फैसला अंतरराष्ट्रीय मुद्रा कोष या संसार बैंक करनगे, जिहड़ा साम्राज दीआं एजेंसियां आ। इसलिए बहुत सारा दखल है साम्राज का, जिहनूं अनुभव नहीं किया जा रहा पूरा। लेकिन इस गल नूं अनुभव करन तो बाद ये तो छुटकारा पाउणा बहुत मुश्किल है, बहुत मेहनत मंगदा है, बहुत संघर्ष वड्डा मंगदा है, क्योंकि साम्राज इत्थे जकड़ बनाउंदा अपनी। हुण तां बदकिस्मती आ भी साडी डिफेंस विच भी वो आ गया। इदां है जिवें तुसीं दुੱਧ नूं राखी वास्ते बिल्ले नूं उठाल देवो भी तुहाडे दुੱਧ दी राखी करा। जे साम्राज नाल साडी डिफेंस सांझी होनी आ तां फिर देश नूं डिफेंस दा की बनेगा? खतरा तां साम्राज तो दुनिया नूं आ। तो मेरा साडा अर्थ है आ भी साम्राजी दखल बहुत आ। ये सारियां हालातां ते काबू पाया जा सकदा, पर ਜਿਹੜੀਆਂ ਇਹ पार्टियां राज करदियां रहियां, चाहे किसी रंग दीयां पार्टियां रहियां, कांग्रेस रही, भाजपा रही, दूजियां पार्टियां रहियां, गैर कांग्रेसी गैर भाजपा सरकारां भी बणियां, इन्हां दीयां नीतियां 'च कोई अंतर नहीं। कमाल ये आ बई एक दूजे नूं बुरा भला भी कहणगियां, एक दूजे दे ताने मिहणे भी मारनगियां, लेकिन नीतियां पक्षों इन्हां दी जबान सीती जांदी आ भी दूजे दी विरोधता करन तों। उदाहरण के तौर पर पिछले दिनी सरदार मनमोहन सिंह साबका प्रधानमंत्री, उन्होंने नरसिम्हा राव के कार्यकाल की बड़ी सिफत की है, क्योंकि उस वेले वो खजाना मंत्री सन आप। ये नरसिम्हा राव ने ही ये साडे जिहड़ा ये देश का दिवालियापन का शुरुआत है असल नरसिम्हा राव दीयां नीतियां ने कीता है। मनमोहन सिंह नूं उदों भी पता सी, अज उहदी सिफतां कर रहा। जिहड़ा मनमोहन सिंह मोदी दे नीतियां बारे एक शब्द नहीं बोलता, सिर्फ कई बार ये कहता भी नहीं जी कोई पहल की फर्क है, प्रायोरिटीज़ का फर्क है, उदा नीतियां पक्षों कोई विरोध नहीं करता उहदा। इसलिए सिद्ध गल हो गई आ भी नरसिम्हा राव तो लैके मनमोहन सिंह ताहीं तां मोदी तक नीतियां पक्षों एक है। इसलिए इन्हां पार्टियां कोलों देश के भले की आस करना, ये सोचना भी ये देश का कल्याण कर देणगियां, ये मैं समझदा संभव नहीं है। सानू इस ते भरोसा नहीं करना चाहिए। उल्ट गल ये भी है भी ये तो लोगों का ध्यान पासे करने वास्ते होर नारे ला दिंदियां जिहड़े लोगों नूं पाड़न वाले आ। इस देश नूं एक धर्म आधारित देश बनाउणा आ, इत्थे मनुवादी सिस्टम लियाउणा आ, इत्थे घट गिणती धार्मिक लोगों नूं बाहर कढणा आ ताकि उन्होंने साडे देश नूं नुकसान बहुत पहुँचाया, जां वो साडे अधीन बन के रहण, नहीं उन्होंने कढिया जाएगा। उन्होंने कढण के बहाने बड़े तरह तरह के झूठे गल्लां भी कीतियां जांदियां। लोगों को स्पष्ट हो गया जदों, तो अज फिर RSS के मुखी भागवत ने फिर लोगों को दुविधा च पाउण दा यतन किया। वो कहंदा भी साडा देश का तां सारे लोगों का DNA एक है। हुण DNA तो अर्थ की उहदा धर्म आ भी साडा धर्म एक है, धर्म एक नहीं है साडा। जे उहदा DNA तो अर्थ है सारे असीं भारती हाँ, तो फिर इहनूं हिंदू राष्ट्र बनाउण दी की लोड़ सी? भारती तो असीं हैगे ही सारे। इसलिए DNA का अर्थ आ
ਵੀ ਲੋਕਾਂ ਨੂੰ ਇਸ ਨਵੇਂ ਭੰਬਲ ਭੂਸੇ 'ਚ ਪਾ ਦੇਣਾ ਵੀ ਅਸੀਂ ਤਾਂ ਜੀ ਸਾਰੇ ਲੋਕਾਂ ਨੂੰ ਬਰਾਬਰ ਸਮਝਦੇ ਹਾਂ। ਉਹਨੂੰ ਪੁੱਛਿਆ ਵੀ ਆਹ ਜਿਹੜਾ ਦੇਸ਼ ਦਾ ਵਾਤਾਵਰਣ ਬਣਿਆ ਇਹ ਕਿਹਨਾਂ ਲੋਕਾਂ ਨੇ ਬਣਾਇਆ? ਅੱਜ ਉਹਨੇ ਇਹ ਵੀ ਕਿਹਾ ਵੀ ਅਸੀਂ ਜੀ ਮੌਬ ਲਿੰਚਿੰਗ ਦੇ ਖਿਲਾਫ ਹਾਂ, ਅਸੀਂ ਕਿਸੇ ਦੂਜੇ ਧਰਮ ਨੂੰ ਮਾਰਨ ਵਾਲਿਆਂ ਦੇ ਖਿਲਾਫ ਹਾਂ। ਚਲੋ ਇਸ ਗੱਲ ਤਾਂ ਮੰਨ ਗਿਆ ਨਾ ਵੀ ਮੌਬ ਲਿੰਚਿੰਗ ਹੋ ਰਹੀ ਆ। ਪਹਿਲਾਂ ਤਾਂ ਬੀਜੇਪੀ ਵਾਲੇ ਇਹੀ ਨਹੀਂ ਸੀ ਮੰਨਦੇ ਵੀ ਮੌਬ ਲਿੰਚਿੰਗ ਹੋ ਰਹੀ ਹੈ। ਭਗਵਤ ਨੇ ਇਹ ਤਾਂ ਮੰਨਿਆ ਵੀ ਮੌਬ ਲਿੰਚਿੰਗ ਜੇ ਹੁੰਦੀ ਸੀ ਤਾਂ ਹੀ ਤਾਂ ਉਹ ਕਹਿੰਦਾ ਵੀ ਨਹੀਂ ਹੋਣੀ ਚਾਹੀਦੀ। ਦੂਜੇ ਧਰਮਾਂ 'ਤੇ ਹਮਲਾ ਜੇ ਹੁੰਦਾ ਸੀ ਤਾਂ ਹੀ ਤਾਂ ਉਹ ਕਹਿ ਰਿਹਾ ਵੀ ਨਹੀਂ ਹੋਣਾ ਚਾਹੀਦਾ। ਇਹ ਤਾਂ ਉਹ ਮੰਨ ਗਏ, ਸਵੀਕਾਰ ਕਰ ਗਏ। ਲੇਕਿਨ ਇਹ ਜ਼ਰੂਰ ਆ ਬਈ ਭਗਵਤ ਜੀ ਜਿਹੜਾ ਲੋਕਾਂ ਜ਼ਹਿਰ ਭਰੀ ਆ ਬਜਰੰਗ ਦਲੀਆਂ ਵਿੱਚ, ਇਸੇ ਤਰ੍ਹਾਂ ਗਊ ਰਕਸ਼ਕਾਂ ਵਿੱਚ, ਇਸੇ ਤਰ੍ਹਾਂ ਵੱਖ-ਵੱਖ ਜਿਹੜੇ ਸੰਘ ਪਰਿਵਾਰ ਦੇ ਮੈਂਬਰ ਆ ਉਹਨਾਂ ਵਿੱਚ, ਉਹਨਾਂ ਦਾ ਮਨ ਕੌਣ ਸਾਫ਼ ਕਰੇਗਾ? ਉਹਨਾਂ ਨੂੰ ਕੌਣ ਦੱਸੇਗਾ ਵੀ ਦੇਸ਼ ਇਹ ਧਰਮ ਨਿਰਪੱਖ ਹੈ, ਇੱਥੇ ਸਾਰੇ ਧਰਮਾਂ ਦੀ ਕਦਰ ਹੋਣੀ ਚਾਹੀਦੀ ਆ। ਇਹ DNA ਇੱਕ ਨਹੀਂ ਸਾਡਾ। ਜੇ ਉੱਦਾਂ DNA ਇੱਕ ਨਾ ਹੋਵੇ ਤਾਂ ਸਾਰੀ ਦੁਨੀਆ ਦਾ DNA ਇੱਕ ਆ, ਫਿਰ ਤਾਂ ਅਸੀਂ ਸਾਰੇ ਮਾਨਵ ਹਾਂ। ਪਰ ਜੇ ਕੋਈ ਇਹ ਕभी ਭਾਰਤ ਵਿੱਚ ਇਸ ਨਾਂ 'ਤੇ ਵੀ ਅਸੀਂ ਹਿੰਦੂ ਰਾਸ਼ਟਰ ਕਾਇਮ ਕਰਨਾ, ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਆ, ਵੱਖ-ਵੱਖ ਵਿਚਾਰਾਂ ਦੇ ਲੋਕ ਆ, ਵੱਖ-ਵੱਖ ਸੱਭਿਆਚਾਰਾਂ ਦੇ ਮਾਲਕ ਲੋਕ ਆ, ਸਾਡਾ DNA ਕਿੱਦਾਂ ਹੋ ਸਕਦਾ? ਹਾਂ, ਦੇਸ਼ ਇਹ ਸਾਡਾ ਆ, ਅਸੀਂ ਦੇਸ਼ ਦੇ ਵਾਸੀ ਹਾਂ। ਦੇਸ਼ ਸਾਡੇ ਲਈ ਕੋਈ ਗਹਿਰੀ ਅੱਖ ਨਾਲ ਨਹੀਂ ਦੇਖ ਸਕਦਾ, ਪਰ ਅਸੀਂ ਬਰਾਬਰਤਾ ਚਾਹੁੰਦੇ ਹਾਂ, ਧਰਮ ਨਿਰਪੱਖਤਾ ਚਾਹੁੰਦੇ ਹਾਂ। ਤਾਂ ਸਰ ਮੇਰਾ ਕਹਿਣ ਤੋਂ ਅਰਥ ਹੈ ਵੀ ਜਦੋਂ ਬੀਜੇਪੀ ਨੰਗਾ ਹੋ ਰਹੀ ਲੋਕਾਂ 'ਚ, ਕਿਸਾਨ ਅੰਦੋਲਨ ਦੇ ਸੰਦਰਭ ਵਿੱਚ, ਤਾਂ ਹੋਰ ਵੀ ਉਹ ਸਾਹਮਣੇ ਆ ਗਏ ਲੋਕਾਂ ਦੀ ਵੀ ਸਾਡੀ ਸਰਕਾਰ ਨਹੀਂ ਹੈ, ਉਹ ਅੰਬਾਨੀਆਂ ਅਤੇ ਅਦਾਨੀਆਂ ਦੀ ਸਰਕਾਰ ਆ। ਅਤੇ ਉਸ ਵੇਲੇ ਫਿਰ ਇਹ ਮੁੱਦੇ ਨੂੰ ਡਰੇਲ ਕਰਨ ਵਾਸਤੇ ਵੀ ਲੋਕੀ ਅਦਾਨੀਆਂ ਅਬਾਨੀਆਂ ਦੇ ਖਿਲਾਫ ਨਾ ਲੜਨ, ਇੱਕ ਨਵਾਂ ਸ਼ੋਸ਼ਾ ਛੱਡ ਦਿੱਤਾ ਵੀ ਨਹੀਂ ਕੋਈ ਗੱਲ ਨਹੀਂ। RSS ਵਾਲੇ ਤਾਂ ਇਹ ਸਮਝਦੇ ਵੀ ਸਾਰੇ ਲੋਕ ਬਰਾਬਰ ਆ, ਸਾਡਾ ਕੋਈ ਧਰਮ ਦਾ ਮਸਲਾ ਨਹੀਂ ਹੈ, ਅਸੀਂ ਸਾਡਾ DNA ਇੱਕ ਆ। ਇਹ ਫਿਰ ਨਵਾਂ ਧੋਖਾ ਹੈ RSS ਦਾ, ਜਿਹੜੇ ਧੋਖਿਆਂ ਬਾਰੇ ਬਹੁਤ ਪ੍ਰਸਿੱਧ ਆ। ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਧੋਖਾ ਦੇਣ ਲਈ। ਤਾਂ ਸਾਡੀ ਪਾਰਟੀ ਮਹਿਸੂਸ ਕਰਦੀ ਆ, ਰੈਵੋਲੂਸ਼ਨਰੀ ਮਾਰਕਸਿਸਟ ਪਾਰਟੀ, ਕਿ ਇਹ ਸਾਰੀਆਂ ਔਖਿਆਈਆਂ ਦਾ ਹੱਲ ਹੈ ਦੇਸ਼ ਵਿੱਚ। ਜਿਹੜਾ ਇਹ ਲੋਕ ਕਹਿੰਦੇ ਆ ਵੀ ਹੱਲ ਨਹੀਂ ਹੈ, ਜੇ ਅਸੀਂ ਵਿਦੇਸ਼ੀ ਪੂੰਜੀ ਦੇ ਉੱਤੇ ਰੋਕ ਲਾ ਦਈਏ, ਉਹਨਾਂ ਨਾਲ ਵਪਾਰ ਬਰਾਬਰਤਾ ਦੇ ਆਧਾਰ 'ਤੇ ਕਰੀਏ ਜਿੱਥੇ ਸਾਡੇ ਹਿੱਤ ਸੁਰੱਖਿਅਤ ਹੋਣ ਨਾਲ। ਨੰਬਰ 2, ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਪੂੰਜੀ ਕਮਾਈ ਅੰਨੇ ਲੋਕਾਂ ਦੀ ਲੁੱਟ ਕਰਕੇ ਉਹਦਾ ਕੌਮੀਕਰਨ ਕੀਤਾ ਜਾਵੇ, ਉਹਦਾ ਲੋਕਾਂ ਲਈ ਸੇਵਾ ਲਈ ਵਰਤੋਂ ਕੀਤੀ ਜਾਵੇ, ਅਤੇ ਉਹਨਾਂ ਦੇ ਮੁਨਾਫੇ 'ਤੇ ਗਾਹਾਂ ਇੱਕ ਕੈਪ ਲਾਤੀ ਜਾਵੇ, ਸੀਮਾ ਕਰ ਦਿੱਤੀ, ਇਹ ਤੋਂ ਵੱਧ ਨਹੀਂ ਮੁਨਾਫਾ ਲੈਣ ਦੇਣਾ। ਇਹ ਨਹੀਂ ਹੈ ਵੀ 60 ਰੁਪਏ ਦਾ ਪੈਟਰੋਲ ਭਾਵੇਂ 105 ਰੁਪਏ ਦਾ ਅੰਬਾਨੀ ਤੇ ਅਦਾਨੀ ਵੇਚਣ, ਉਹ ਵੀ ਸਰਕਾਰ ਨੂੰ ਮਨਜ਼ੂਰ ਆ ਖੁੱਲ੍ਹੀ ਮੰਡੀ ਰਾਹੀਂ। ਇਹ 'ਤੇ ਰੋਕ ਲੱਗੇ। ਜੇ ਪ੍ਰਾਈਵੇਟ ਅਦਾਰਿਆਂ ਨੂੰ ਸਾਰਾ ਕੁਝ ਦੇਣ ਦੀ ਬਜਾਏ ਸਰਕਾਰ ਕੰਮ ਚਲਾਵੇ, ਵਿੱਦਿਆ ਦਾ, ਸਿਹਤ ਸੇਵਾਵਾਂ ਦਾ, ਰੇਲਵੇ ਦਾ। ਔਰ ਜੇ ਕਿਸੇ ਨੇ ਪ੍ਰਾਈਵੇਟ ਲੋਕਾਂ ਨੇ ਕੰਮ ਕਰਨਾ ਆ ਵਿਦੇਸ਼ਾਂ 'ਚੋਂ ਆ ਕੇ, ਉਹਦੀ ਮੁਕਾਬਲੇਬਾਜ਼ੀ ਹੋਵੇ ਫਿਰ ਸਾਡੇ ਲੋਕਾਂ ਦੀ, ਤਾਂ ਸਾਡੇ ਜਿਹੜੇ ਅਦਾਰੇ ਆ ਉਹਨਾਂ ਦੀ ਰੱਖਿਆ ਸਰਕਾਰ ਕਰੇ, ਫਿਰ ਦੇਖਾਂਗੇ ਮੁਕਾਬਲੇਬਾਜ਼ੀ ਵਿਦੇਸ਼ੀ ਕਿੱਦਾਂ ਜਿੱਤਦੇ ਆ। ਪਰ ਸਰਕਾਰ ਇਹ ਨਹੀਂ ਕਰਨਾ ਚਾਹੁੰਦੀ। ਮੈਂ ਸਮਝਦਾ ਕਿ ਸਾਡੇ ਕੋਲ ਸਾਧਨ ਵੀ ਹਨ, ਸਾਡੇ ਕੋਲ ਸਾਰਾ ਇਨਫਰਾਸਟਰਕਚਰ ਵੀ ਹੈਗਾ, ਸਾਡੇ ਕੋਲ ਮਾਨਵੀ ਸਰੋਤ ਬਹੁਤ ਹੈ, ਸਾਡੇ ਕੋਲ ਕੁਦਰਤ ਨੇ ਬਹੁਤ ਕੁਝ ਦਿੱਤਾ ਹੈ ਸਾਨੂੰ, ਧਰਤੀ ਹੇਠ ਖਜ਼ਾਨੇ ਦਿੱਤੇ ਆ। ਅਸੀਂ ਉਹਨਾਂ ਦੀ ਵਰਤੋਂ ਕਰਕੇ ਇਸ ਦੇਸ਼ ਦੀਆਂ ਮੌਜੂਦਾ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹਾਂ। ਵਰਲਡ ਬੈਂਕਾਂ ਦੇ ਪੈਸੇ ਨਾਲ ਪਿੰਡਾਂ 'ਚ ਬਹੁਤ ਬੜੇ ਟਿਊਬਵੈੱਲ ਖੋਲ੍ਹ ਦਿੱਤੇ ਗਏ ਆ। ਹੁਣ ਜਦੋਂ ਉਹ ਟਿਊਬਵੈੱਲ ਦੀ ਮੋਟਰ ਫੇਲ ਹੁੰਦੀ ਆ ਤਾਂ ਫਿਰ ਉੱਤੇ ਪੈਸੇ ਇੰਨੇ ਲੱਗਦੇ, ਪਿੰਡ ਵਾਲੇ ਲਾਉਂਦੇ ਆ। ਔਰ ਬਦਕਿਸਮਤੀ ਇਹ ਹੋਈ ਵੀ ਉਹ ਮੋਟਰ ਨਾਲ ਸਾਡਾ ਪਾਣੀ ਥੱਲੇ ਜਾਂਦਾ ਉਹ ਦੱਲੇ ਚਲਾ ਗਿਆ। ਇੱਕ ਸਮਾਂ ਆਉਣਾ ਜਦੋਂ ਪਾਣੀ ਨਹੀਂ ਮਿਲਣਾ। ਜੇ ਅਸੀਂ ਉਹ ਮੋਟਰਾਂ ਲਾਉਣ ਦੀ ਬਜਾਏ ਪਾਣੀ ਦੀ ਸੁਰੱਖਿਆ ਕਰਦੇ, ਆਪਣੇ ਪਾਣੀ ਦਾ ਬਚਾਅ ਕਰਦੇ, ਤਾਂ ਨਾਲੇ ਵਿਦੇਸ਼ੀ ਕਰਜ਼ੇ ਤੋਂ ਬਚੇ ਰਹਿੰਦੇ ਅਤੇ ਨਾ ਪਾਣੀ ਦੇ ਖਤਮ ਹੋਣ ਦੀ ਸਾਨੂੰ ਇਹ ਚਿੰਤਾ ਰਹਿੰਦੀ ਹੈ। ਹੁਣ ਦੋਹਰੀ ਮਾਰ ਪੈ ਰਹੀ ਹੈ ਕਿ ਪਾਣੀ ਸਾਡਾ ਮੁੱਕ ਜਾਣਾ, ਇੱਕ ਜਿੱਦਣ ਉਸ ਮੋਟਰ ਨੇ ਕੰਮ ਕਰਨਾ ਬੰਦ ਕਰ ਦੇਣਾ ਤਾਂ ਪਿੰਡਾਂ ਦੇ ਲੋਕਾਂ ਨੇ ਪਿਆਸੇ ਮਰਨਾ ਆ। ਕਿਉਂਕਿ ਪਿੰਡਾਂ 'ਚ ਨਲਕੇ ਨਾਂ ਦੀ, ਸ਼ਹਿਰਾਂ 'ਚ ਨਲਕੇ ਨਾਂ ਦੀ ਕੋਈ ਚੀਜ਼ ਨਹੀਂ, ਜਿਹੜੀ ਸਾਡੇ ਕੋਲ ਪਹਿਲਾਂ ਨਲਕੇ ਹੁੰਦੇ ਸਨ। ਤਾਂ ਸਾਡਾ ਭਾਵ ਕਹਿਣ ਤੋਂ ਇਹ ਆ ਵੀ ਸਾਮਰਾਜੀ ਪੈਸਾ, ਸਾਮਰਾਜੀ ਮਦਦ ਔਰ ਇਹ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀ, ਇਹਨੂੰ ਮੋੜਾ ਦੇਣ ਵਾਲੀ ਧਿਰ ਹੈਗੀ ਆ ਇਹ ਭਾਰਤ ਵਿੱਚ। ਇਹ ਜਿਹੜੀਆਂ ਪੁਰਾਣੀਆਂ ਟਰੈਡੀਸ਼ਨਲ ਪਾਰਟੀਆਂ ਇਹ ਨਹੀਂ ਕਰ ਸਕਦੀਆਂ। ਅੱਜ ਇਹ ਮਾਹੌਲ ਪੈਦਾ ਹੋ ਗਿਆ ਕਿ ਅਸੀਂ ਜਿਹੜੇ ਅਗਾਂਹ ਵਧੂ ਲੋਕ ਉਹ, ਔਰ ਉਹਦੇ ਨਾਲ ਜਿਹੜੇ ਦੇਸ਼ ਦੀ ਬਹੁਤ ਵੱਡੀ ਜਨਤਾ ਆ ਜਿਹੜੀ ਸਾਡੇ ਸਾਰੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ, ਉਹਨਾਂ ਦੇ ਨਾਲ ਏਕਾ ਬਣਾਇਆ ਜਾਵੇ। ਉਦਾਹਰਨ ਦੇ ਤੌਰ 'ਤੇ ਦੱਖਣ ਦੇ ਲੋਕ ਕਦੀ ਇੱਦਾਂ ਦੀ ਸਰਕਾਰ ਹੀ ਨਹੀਂ ਚਾਹੁੰਦੇ ਜਿਹੜੀ ਸਾਰੀ ਦਿੱਲੀ ਤੋਂ ਕੰਟਰੋਲ ਹੋਵੇ। ਉਹ ਇੱਕ ਦੇਸ਼ ਦੇ ਸੰਘਾਤਮਕ ਢਾਂਚੇ ਵਿੱਚ ਭਰੋਸਾ ਕਰਦੇ ਆ, ਫੈਡਰਲਿਜ਼ਮ ਵਿੱਚ। ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼,
ਤੁਸੀਂ ਉਹਨਾਂ ਨੂੰ ਜ਼ਬਰਦਸਤੀ ਜਾ ਕੇ ਆਪਣੀ ਬੋਲੀ ਠੋਸੋ ਉਹਨਾਂ ਦੇ ਉੱਤੇ, ਤਾਂ ਫਿਰ ਦੇਸ਼ ਦੀ ਏਕਤਾ ਕਿੱਦਾਂ ਬਣੇਗੀ? ਉਹ ਫੈਡਰਲਿਜ਼ਮ ਦੇ ਆਧਾਰ 'ਤੇ ਖੜੇ ਆ। ਪੱਛਮੀ ਬੰਗਾਲ ਦੀ ਸਰਕਾਰ ਖੱਬੇ ਪੱਖੀ 37 ਸਾਲ ਰਾਜ ਕੀਤਾ ਉਹਨਾਂ ਨੇ, ਉਹਨਾਂ ਦੇ ਆਪਣੇ ਕੰਮ ਕਰਨ ਦਾ ਢੰਗ ਸੀ, ਬਹੁਤ ਸਾਰੇ ਗੁਣ ਸਨ, ਬਹੁਤ ਸਾਰੇ ਬਾਅਦ 'ਚ ਔਗੁਣ ਆਏ, ਪਰ ਇੱਕ ਔਗੁਣ ਉਹਨਾਂ 'ਚ ਇਹ ਵੀ ਆਇਆ, ਜਿੰਨਾ ਚਿਰ ਪੱਛਮੀ ਬੰਗਾਲ ਨੇ ਫੈਡਰਲ ਢਾਂਚੇ ਦੇ ਲਈ ਹਾਰਾ ਨਾਰਾ ਮਾਰਿਆ, ਬੰਗਾਲ ਦੇ ਲੋਕਾਂ ਨੇ ਕਿਹਾ ਇਹ ਸਾਡੀ ਗੱਲ ਠੀਕ ਕਰ ਰਹੇ ਆ। ਜਿੱਦਣ ਬੰਗਾਲ ਨੇ ਦਿੱਲੀ ਨਾਲ ਸਾਂਝਾਂ ਪਾ ਲਈਆਂ, ਫੈਡਰਲਿਜ਼ਮ ਦਾ ਨਾਰਾ ਛੱਡ ਦਿੱਤਾ, ਉਦੋਂ ਫਿਰ ਬੰਗਾਲ ਦੇ ਲੋਕਾਂ ਨੇ ਵੀ ਹੌਲੀ ਹੌਲੀ ਬਾਕੀ ਕਾਰਨਾਂ ਦੇ ਨਾਲ ਇਸ ਖੱਬੇ ਮੋਰਚੇ ਤੋਂ ਮੂੰਹ ਮੋੜ ਲਿਆ। ਮੇਰਾ ਸੀ ਵੀ ਇਹ ਵੀ ਇੱਕ ਸਾਨੂੰ ਲੋਕਾਂ ਦੇ ਵੱਖ-ਵੱਖ ਹਿੱਸਿਆਂ ਦੀ ਭਾਵਨਾਵਾਂ ਕੀ ਆ, ਵੱਖ-ਵੱਖ ਧਾਰਮਿਕ ਜਿਹੜੇ ਵੱਖ ਸੈਕਟ ਆ, ਉਹਨਾਂ ਦੀਆਂ ਕੀ ਸਮੱਸਿਆਵਾਂ, ਉਹਨਾਂ ਦੀ ਭਾਵਨਾਵਾਂ ਕੀ ਆ, ਟਰਾਈਬਲ ਲੋਕਾਂ ਦੀਆਂ ਭਾਵਨਾਵਾਂ ਕੀ ਆ, ਜਿਹੜੇ ਇਨਵਾਇਰਮੈਂਟ ਨੂੰ ਠੀਕ ਕਰਨਾ ਚਾਹੁੰਦੇ ਉਹ ਕਿੱਦਾਂ ਸੋਚਦੇ ਆ, ਦਲਿਤਾਂ ਦੀਆਂ ਸਮੱਸਿਆਵਾਂ ਕੀ ਆ, ਜਿਹੜੀਆਂ ਸਮੱਸਿਆਵਾਂ ਨੂੰ ਅਸੀਂ ਬਹੁਤ ਇਗਨੋਰ ਕੀਤਾ ਆ। ਅੱਜ ਸਾਰੇ ਮਹਿਸੂਸ ਕਰਦੇ ਹਾਂ ਕਿ ਨਹੀਂ, ਅਸੀਂ ਸਮਾਜਿਕ ਜ਼ਬਰ ਦੇ ਮੁੱਦੇ ਨੂੰ ਨਹੀਂ ਸਮਝਿਆ ਪੂਰੀ ਤਰ੍ਹਾਂ, ਇਹ ਮੰਨਣ ਵਿੱਚ ਸਾਨੂੰ ਕੋਈ ਝਿਜਕ ਨਹੀਂ ਹੈ। ਲੇਕਿਨ ਅਸੀਂ ਸਮਾਜਿਕ ਸੁਰੱਖਿਆ, ਸਮਾਜਿਕ ਜ਼ਬਰ ਦਾ ਮੁੱਦਾ ਲਏ ਤੋਂ ਬਿਨਾਂ ਅਸੀਂ ਇਸ ਵੱਡੇ ਪਰਿਵਾਰ ਨੂੰ, ਜਿਹੜਾ ਬੁਨਿਆਦੀ ਜਮਾਤਾਂ ਦਾ ਪਰਿਵਾਰ ਆ, ਇਹਨੂੰ ਨਾਲ ਕਿੱਦਾਂ ਲੈ ਸਕਦੇ ਹਾਂ? ਅਸੀਂ ਆਪਣੇ ਲਾਜ਼ਮੀ ਤੌਰ 'ਤੇ ਸਾਨੂੰ ਉਹਨਾਂ ਵਾਸਤੇ ਲੜਨਾ ਪਵੇਗਾ। ਕਈ ਵਾਰੀ ਇਹਦੇ ਨਾਲ ਵਿਰੋਧਤਾ ਵੀ ਆਉਣਗੀਆਂ, ਸਾਡੇ ਉਤਲੇ ਸੈਕਸ਼ਨ ਦੇ ਨਾਲ ਆਉਣ, ਵਿਰੋਧ ਤਾਂ ਕੋਈ ਗੱਲ ਨਹੀਂ ਹੈ। ਗਰੀਬਾਂ ਦੀ ਰਾਖੀ ਦੀ ਕੀਮਤ 'ਤੇ ਜੇ ਕੋਈ ਵਿਰੋਧ ਵੀ ਆਉਂਦਾ ਹੈ ਤਾਂ ਸਾਨੂੰ ਵਿਰੋਧ ਨੂੰ ਹੱਲ ਕਰਨਾ ਚਾਹੀਦਾ, ਕਿਉਂਕਿ ਇਹ ਵਿਰੋਧ ਸਦੀਵੀ ਨਹੀਂ, ਇਹ ਹੱਲ ਕੀਤਾ ਜਾ ਸਕਦਾ। ਤੋ ਸਾਡੀ ਸਮਝਦਾਰੀ ਇਹ ਅੱਜ ਦੇ ਸਮੇਂ 'ਚ, ਜਦੋਂ ਦੇਸ਼ ਬਹੁਤ ਹੀ ਭੰਬਲ ਭੂਸੇ 'ਚ ਫਸਿਆ ਆ, ਸੰਕਟ 'ਚ ਫਸਿਆ ਆ, ਇੱਕ ਪਾਸੇ ਫਿਰਕੂ ਫਾਸ਼ੀ ਤਾਕਤਾਂ ਵੱਧ ਰਹੀਆਂ, ਦੂਜੇ ਪਾਸੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ, ਕਿਸਾਨੀ ਟੁੱਟ ਰਹੀ ਆ, ਮਜ਼ਦੂਰਾਂ ਦਾ ਬੁਰਾ ਹਾਲ ਆ, ਉਸ ਵੇਲੇ ਅਸੀਂ ਇਸ ਸਮਝਦੇ ਹਾਂ ਕਿ ਜੇ ਅਸੀਂ ਸਾਰੇ ਇੱਦਾਂ ਦੇ ਲੋਕ ਵਿਚਾਰ ਵਟਾਂਦਰਾ ਕਰਕੇ ਇੱਕ ਵੱਡਾ ਮੋਰਚਾ ਬਣਾ ਲਈਏ, ਇੱਕ ਸਮਝਦਾਰੀ ਇਕੱਠੇ ਹੋਣ ਦਾ ਕੰਮ ਸ਼ੁਰੂ ਹੋ ਜਾਏ, ਹਾਲੇ ਚੋਣਾਂ ਦੂਰ ਆ, ਮੈਂ ਚੋਣਾਂ ਦੇ ਨਜ਼ਰੀਏ ਨਾਲ ਨਹੀਂ ਗੱਲ ਕਰ ਰਿਹਾ, ਜੇ ਭਾਵਨਾ ਹੀ ਪੈਦਾ ਹੋ ਜਾਵੇ ਜਿਹੜੀ ਭਾਵਨਾ ਦਿੱਲੀ ਦੇ ਕਿਸਾਨ ਮੋਰਚੇ ਨੇ ਕੀਤੀ ਆ, ਤੇ ਸਮਝ ਲਓ ਫਿਰ ਦੇਸ਼ ਦੀ ਅਸੀਂ ਜਿਹੜੀ ਨਈਆ ਡੱਕੋ ਡੋਲੇ ਖਾ ਰਹੀ ਆ, ਉਹਨੂੰ ਅਸੀਂ ਕਿਸੇ ਕਿਨਾਰੇ ਲਾ ਸਕਾਂਗੇ। ਕੰਮ ਔਖਾ ਜ਼ਰੂਰ ਆ, ਸਾਮਰਾਜ ਦਾ ਦਖਲ ਬਹੁਤ ਸਖਤ ਆ, ਭਾਰਤੀ ਹੁਕਮਰਾਨਾਂ ਨੇ ਸਭ ਕੁਝ ਸਰੈਂਡਰ ਕਰ ਦਿੱਤਾ, ਲੋਕਾਂ ਨੂੰ ਵੰਡ ਦਿੱਤਾ ਆ, ਪਰ ਇਹ ਕੰਮ ਅਸੰਭਵ ਨਹੀਂ ਹੈ। ਅੱਜ ਦੇ ਸੰਦਰਭ ਦੇ ਵਿੱਚ ਇਹ ਗੱਲ ਕਹੀ ਜਾ ਸਕਦੀ ਆ ਵੀ ਇਸ ਗੱਲਾਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ, ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ, ਲੋਕਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕਦਾ, ਲੋਕਾਂ ਦਾ ਭਾਈਚਾਰਾ ਬਣਾਇਆ ਜਾ ਸਕਦਾ। ਮੈਂ ਆਸ ਕਰਦਾ ਵੀ ਤੁਸੀਂ ਇਹਨਾਂ ਗੱਲਾਂ 'ਤੇ ਆਪ ਸੋਚੋ ਔਰ ਇਸ ਮੇਰੇ ਵਿਚਾਰਾਂ ਦੇ ਉੱਤੇ ਟਿੱਪਣੀ ਕਰੋ। ਜੇ ਚੰਗੇ ਲੱਗਦੇ ਆ ਤਾਂ ਲੋਕਾਂ ਕੋਲ ਹੋਰ ਸੁਨੇਹੇ ਨੂੰ ਅੱਗੇ ਪਹੁੰਚਾਓ। ਜੇ ਮਹਿਸੂਸ ਹੁੰਦਾ ਇਹਦੇ ਵਿੱਚ ਹੋਰ ਵਾਧਾ ਹੋ ਸਕਦਾ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ। ਜੇ ਤੁਸੀਂ ਕਿਤੇ ਕਿੰਤੂ ਪਰੰਤੂ ਕਰੋ ਵੀ ਇਹ ਵਿਚਾਰ ਗਲਤ ਆ, ਤੇ ਅਸੀਂ ਸਾਇੰਸ ਦੇ ਨਜ਼ਰੀਏ ਨਾਲ ਉਹਨਾਂ ਨੂੰ ਸੋਧਣ ਨੂੰ ਵੀ ਤਿਆਰ ਹਾਂ ਜੇ ਉਹ ਗਲਤ ਹੋਣਗੇ ਤਾਂ। ਜਦ ਕੋਈ ਨਹੀਂ, ਮੈਂ ਪਹਿਲਾਂ ਕਿਹਾ ਵੀ ਇਜਾਰੇਦਾਰੀ ਕਿਸੇ ਕੋਲ ਨਹੀਂ ਹੈ ਸਿਆਣਪ ਦੀ, ਇਹ ਸਾਂਝੀ ਬਹਿਸ ਨਾ ਬਣਨੀ ਆ, ਸਾਂਝੇ ਵਿਚਾਰਾਂ ਨਾ ਬਣਨੀ ਆ। ਇਹ ਸਾਸ ਨਾਲ ਮੈਂ ਤੁਹਾਡੇ ਸਾਹਮਣੇ ਅੱਜ ਦੇ ਸੰਦਰਭ ਦੇ ਕੁਝ ਵਿਚਾਰ ਪੇਸ਼ ਕੀਤੇ ਆ, ਤੇ ਮੈਨੂੰ ਪੂਰੀ ਆਸ ਆ ਵੀ ਤੁਸੀਂ ਇਹਨਾਂ ਨੂੰ ਆਪ ਵੀ ਸੋਚੋਗੇ, ਇਹਦੇ ਬਾਰੇ ਵਿਚਾਰ ਵਟਾਂਦਰਾ ਆਪਸ ਵਿੱਚ ਕਰੋਗੇ ਔਰ ਇਹਦੇ 'ਤੇ ਯੋਗ ਟਿੱਪਣੀਆਂ ਵੀ ਕਰੋਗੇ। ਬਹੁਤ ਬਹੁਤ ਧੰਨਵਾਦ।